ਜੈਸ ਟਵਿੱਟਰ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਵੀਡੀਓ ਵਿੱਚ ਅਸੀਂ ਡਿਸਕਸ ਕਰਾਂਗੇ ਕਲਾਸ 9th ਦਾ ਐਸਐਸਟੀ ਦਾ ਸੈਂਪਲ ਪੇਪਰ। ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੇਰੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਐਂਡ ਨੋਟੀਫਿਕੇਸ਼ਨ ਕਰ ਲਓ ਔਨ, ਤਾਂ ਜੋ ਆਉਣ ਵਾਲੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਣ। ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੇ, ਤੁਹਾਨੂੰ ਮੇਰੇ ਪੜ੍ਹਾਉਣ ਦਾ ਤਰੀਕਾ ਬਹੁਤ ਵਧੀਆ ਲੱਗਿਆ, ਤਾਂ ਤੁਸੀਂ ਮੇਰੀ ਇਸ ਵੀਡੀਓ ਨੂੰ ਜਰੂਰ ਲਾਈਕ ਕਰੋ ਐਂਡ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ। ਚਲੋ ਜੀ ਫਿਰ ਕਰੀਏ ਸਟਾਰਟ ਪੇਪਰ ਨੂੰ। फर्स्ट क्वेश्चन है जी अपने सामने, विच रिवर इज कॉल्ड वृद्ध गंगा और साउथर्न गंगा। केड़ी नदी है जिसनों वृद्ध गंगा एंड साउथर्न गंगा कहते ने? इसका आंसर है जी गोदावरी। सेकंड क्वेश्चन है जी, नेम द लेक विच इज फॉर्म्ड बाय द कन्फ्लुएंस ऑफ रिवर सतलुज एंड ब्यास। केड़ी लेक है या केड़ी झील है ਜਿਹੜੀ ਸਤਲੁਜ ਤੇ ਬਿਆਸ ਦੇ ਸੰਗਮ ਨਾਲ ਬਣਦੀ ਹੈ, मतलब कि सतलुज ਦਾ ਪਾਣੀ ਔਰ ਬਿਆਸ ਦਾ ਪਾਣੀ, ਦੋਨਾਂ ਨਦੀਆਂ ਦਾ ਪਾਣੀ ਮਿਲਾ ਕੇ ਜਿਹੜੀ ਇੱਕ ਨਦੀ ਬਣਦੀ ਹੈ। ਐਂਡ ਵੇਅਰ ਮਾਈਗ੍ਰੇਟਰੀ ਬਰਡਸ ਕਮ ਐਵਰੀ ਈਅਰ, ਤੇ ਜਿੱਥੇ ਹਰ ਸਾਲ ਦੂਜੇ ਦੇਸ਼ਾਂ ਤੋਂ ਪੰਛੀ ਇੱਥੇ ਪ੍ਰਵਾਸ ਕਰਦੇ ਨੇ, ਮੀਨਸ ਇੱਥੇ ਆਉਂਦੇ ਨੇ, ਤਾਂ ਉਸ ਝੀਲ ਦਾ ਨਾਮ ਹੈ ਜੀ ਹਰੀਕੇ ਲੇਕ। ਥਰਡ ਕੁਐਸਚਨ ਹੈ ਜੀ, ਨੇਮ ਦਾ ਮੈਥਡ ਆਫ ਮੈਜ਼ਰਿੰਗ ਦਾ ਮਿਨੀਮਮ ਇਨਕਮ ਰਿਕੁਆਇਰਡ ਟੂ ਮੀਟ ਦਾ ਬੇਸਿਕ ਨੀਡ ਆਫ ਲਾਈਫ। ਇਸ ਦਾ ਕੀ ਮਤਲਬ ਹੋਇਆ ਜੀ? ਜ਼ਿੰਦਗੀ ਦੀਆਂ ਬੇਸਿਕ ਨੀਡ ਨੂੰ ਪੂਰਾ ਕਰਨ ਲਈ ਘੱਟੋ ਘੱਟ ਇਨਕਮ ਨੂੰ ਮਾਪਣ ਦੀ ਜਿਹੜੀ ਵਿਧੀ ਹੁੰਦੀ ਹੈ, ਉਸ ਨੂੰ ਅਸੀਂ ਕੀ ਕਹਿੰਦੇ ਆ? ਉਸ ਨੂੰ ਕਹਿੰਦੇ ਆ ਜੀ ਪਾਵਰਟੀ ਲਾਈਫ। ਜਿਵੇਂ ਆਪਣੇ ਘਰਾਂ ਦੇ ਵਿੱਚ ਦੇਖੋ ਕਈ ਵਾਰੀ ਬੀਪੀਐਲ ਕਾਰਡ ਬਣੇ ਹੁੰਦੇ ਨੇ, ਉਹ ਬੀਪੀਐਲ ਜਿਹੜੇ ਕਾਰਡ ਨੇ ਉਹ ਲੋ ਇਨਕਮ ਨੂੰ ਹੀ ਦਰਸਾਉਂਦੇ ਨੇ। ਨੈਕਸਟ ਫੋਰਥ ਕੁਐਸਚਨ ਹੈ, ਨੇਮ ਦਾ ਸਟੇਟਸ ਵਿਦ ਮੋਰ ਪੂਅਰ ਪੀਪਲ। ਕਿਹੜੀ ਐਸੀ ਸਟੇਟ ਹੈ ਜਿੱਥੇ ਬਹੁਤ ਜ਼ਿਆਦਾ ਗਰੀਬ ਲੋਕ ਰਹਿੰਦੇ ਨੇ? ਸਟੇਟ ਦਾ ਨਾਮ ਹੈ ਜੀ ਬਿਹਾਰ ਐਂਡ ਝਾਰਖੰਡ। ਫਿਫਥ ਕੁਐਸਚਨ ਹੈ ਜੀ, at the time of French Revolution which classes were attempted from paying tax। ਕਹਿੰਦੇ ਜਦੋਂ ਫ੍ਰੈਂਚ ਦੀ ਕ੍ਰਾਂਤੀ ਹੋਈ, ਫਰਾਂਸ ਕ੍ਰਾਂਤੀ ਹੋਈ, ਵਿਚ ਕਲਾਸਿਸ ਵਰ ਅਟੈਂਪਟਡ, ਕਹਿੰਦੇ ਕਿਹੜੀਆਂ ਕਲਾਸਿਸ ਸੀਗੀਆਂ ਜਿਹੜੀਆਂ ਪੇਇੰਗ ਟੈਕਸ, ਜਿਨ੍ਹਾਂ ਨੂੰ ਟੈਕਸ ਤੋਂ ਆਜ਼ਾਦ ਰੱਖਿਆ ਗਿਆ, ਵੀ ਐਸੀਆਂ ਕਲਾਸਿਸ ਜਿਨ੍ਹਾਂ ਨੂੰ ਟੈਕਸ ਦੇਣ ਦੀ ਲੋੜ ਨਹੀਂ ਪਈ। ਹੁਣ ਕਲਾਸਿਸ ਕੀ ਹੁੰਦੀਆਂ? ਜਿਵੇਂ ਸਟੂਡੈਂਟ ਤੁਹਾਨੂੰ ਪਤਾ ਹੀ ਹੈ, ਇੱਕ ਐਸਸੀ ਕਲਾਸ, ਬੀਸੀ ਕਲਾਸ, ਜਰਨਲ ਕਲਾਸ, ਇਹਨਾਂ ਨੂੰ ਅਸੀਂ ਕਲਾਸ ਕਹਿੰਦੇ ਆ। ਜਿਵੇਂ ਸਾਡੇ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਰੂਲ ਹੈ ਇੱਥੇ ਕਿ ਐਸਸੀ ਸਟੂਡੈਂਟ ਨੂੰ ਛੂਟ ਦਿੱਤੀ ਜਾਂਦੀ ਹੈ ਆਮ ਨਾਲੋਂ, ਤਾਂ ਉਸ ਟਾਈਮ ਉਹ ਗੱਲ ਕਰਦੇ ਨੇ ਕਿ ਫ੍ਰੈਂਚ ਰੈਵੋਲੂਸ਼ਨ ਦੇ ਦੌਰਾਨ ਕਿਹੜੀ ਐਸੀ ਕਲਾਸ ਸੀ ਜਿਸ ਨੂੰ ਟੈਕਸ ਤੋਂ ਵੰਚਿਤ ਰੱਖਿਆ ਗਿਆ ਸੀ, ਟੈਕਸ ਜਿਸ ਨੂੰ ਦੇਣ ਦੀ ਲੋੜ ਨਹੀਂ ਸੀ। ਤਾਂ ਉਹ ਸੀਗੇ ਜੀ, ਦੇਖੋ ਨੰਬਰ 1 ਤੇ ਪ੍ਰਿਸਟ। ਪ੍ਰਿਸਟ ਮੀਨਸ ਹੁੰਦੇ ਆ ਪੁਜਾਰੀ ਜਾਂ ਪਾਦਰੀ, ਠੀਕ ਹੈ ਜੀ। ਨੋਬਿਲਟੀ ਔਰ ਹੋਨੈਸਟੀ। ਨੋਬਿਲਟੀ ਹੋਨੈਸਟੀ ਮਤਲਬ ਕਿ ਜਿਹੜਾ ਬੰਦਾ ਬਹੁਤ ਹੀ ਇਮਾਨਦਾਰ ਹੋਵੇ ਜਾਂ ਬਹੁਤ ਹੀ ਵਧੀਆ, ਉਹਦਾ ਕਰੈਕਟਰ ਜਿਹੜਾ ਬਹੁਤ ਹੀ ਚੰਗਾ ਹੈ, ਠੀਕ ਹੈ ਜੀ। ਸਿਕਸਥ ਕੁਐਸਚਨ ਹੈ ਜੀ, who led the Bolshevik group in Russia during the Russian Revolution। ਕਹਿੰਦੇ ਬੋਲਸ਼ਵਿਕ ਦਾ ਲੀਡਰ ਕੌਣ ਸੀ? ਕਹਿੰਦੇ ਜਦੋਂ ਰੂਸ ਦੀ ਕ੍ਰਾਂਤੀ ਹੋਈ ਤਾਂ ਉਸ ਸਮੇਂ ਬੋਲਸ਼ਵਿਕ ਦਾ ਲੀਡਰ ਕੌਣ ਸੀ? ਬੋਲਸ਼ਵਿਕ ਜਿਹੜਾ ਗਰੁੱਪ ਸੀ ਉਸਦਾ ਲੀਡਰ ਕੌਣ ਸੀ? ਤਾਂ ਉਸਦਾ ਆਨਸਰ ਹੈ ਜੀ ਆਪਣੇ ਕੋਲ ਲੈਨਿਨ। ਲੈਨਿਨ ਜਿਹੜਾ ਸੀਗਾ ਉਹਨਾਂ ਦਾ ਲੀਡਰ ਸੀ। ਕੁਐਸਚਨ 7th ਹੈ ਜੀ, who is the nominal executive in India। ਨੋਮੀਨਲ ਐਗਜ਼ੀਕਿਊਟਿਵ ਦਾ ਮਤਲਬ ਕੀ ਹੁੰਦਾ? ਨਾਮਾਤਰ ਕਾਰਜਕਾਰੀ। ਨਾਮਾਤਰ ਮਤਲਬ ਕਿ ਜਿਸ ਕੋਲ ਕੁਰਸੀ ਤਾਂ ਹੈ ਪਰ ਪਾਵਰ ਨਹੀਂ ਹੈ। ਹੁਣ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਪਾਵਰ ਹੈ ਉਹ ਸਾਡੇ ਪ੍ਰਾਈਮ ਮਿਨਿਸਟਰ ਕੋਲ ਹੈ। ਜਿਵੇਂ ਸਾਡਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ, ਠੀਕ ਹੈ, ਇਹਨਾਂ ਕੋਲ ਪਾਵਰ ਹੈ, ਪਰ ਜਿਹੜਾ ਸਾਡਾ ਰਾਸ਼ਟਰਪਤੀ ਹੈ ਇਹਨਾਂ ਕੋਲ ਕੰਮ ਕਰਨ ਦੀ ਪਾਵਰ ਨਹੀਂ ਹੁੰਦੀ। ਤਾਂ ਇਸ ਦਾ ਆਨਸਰ ਕੀ ਹੋਇਆ ਸਾਡੇ ਕੋਲ? ਪ੍ਰੈਜ਼ੀਡੈਂਟ। ਪ੍ਰੈਜ਼ੀਡੈਂਟ ਮੀਨਸ ਰਾਸ਼ਟਰਪਤੀ। 8th ਕੁਐਸਚਨ ਹੈ ਜੀ, ਹੂ ਪ੍ਰਪੇਅਰ ਵੋਟਰ ਲਿਸਟ ਇਨ ਇੰਡੀਆ। ਵੀ ਜਿਹੜੀ ਵੋਟਰ ਬਣਾਉਣ ਦੀ ਜਿਹੜੀ ਲਿਸਟ ਹੈ ਉਹ ਕੌਣ ਪ੍ਰਪੇਅਰ ਕਰਦਾ ਹੈ, ਕੌਣ ਤਿਆਰ ਕਰਦਾ ਹੈ? ਤਾਂ ਉਸਦਾ ਆਨਸਰ ਹੈ ਜੀ ਇਲੈਕਸ਼ਨ ਕਮਿਸ਼ਨ। ਇਲੈਕਸ਼ਨ ਕਮਿਸ਼ਨ ਜਿਹੜਾ ਉਹ ਸਾਡੀ ਵੋਟਰਾਂ ਦੀ ਲਿਸਟ ਤਿਆਰ ਕਰਦਾ। ਨੈਕਸਟ ਪਾਰਟ ਹੈ ਜੀ ਆਪਣੇ ਕੋਲ ਜੀਓਗ੍ਰਾਫੀ ਦਾ। ਜੀਓਗ੍ਰਾਫੀ ਦੇ ਵਿੱਚ ਫਸਟ ਕੁਐਸਚਨ ਆਪਣੇ ਕੋਲ, ਪੋਲੂਸ਼ਨ ਇਜ਼ ਇਨਕਰੀਜ਼ਿੰਗ ਇਨ ਗੰਗਾ, ਵਾਟ ਇਜ਼ ਬੀਇੰਗ ਡਨ ਟੂ ਚੈੱਕ। ਕਹਿੰਦੇ ਪੋਲੂਸ਼ਨ ਜਿਹੜਾ ਉਹ ਵੱਧਦਾ ਜਾ ਰਿਹਾ ਹੈ ਗੰਗਾ ਦੇ ਵਿੱਚ, ਵਾਟ ਇਜ਼ ਬੀਇੰਗ ਡਨ ਟੂ ਚੈੱਕ, ਤਾਂ ਇਸ ਦੇ ਲਈ ਕੀ ਕੀਤਾ ਜਾ ਰਿਹਾ? ਆਨਸਰ ਹੈ ਜੀ ਦਾ ਗੰਗਾ ਇਜ਼ ਦਾ ਮੋਸਟ ਇੰਪੋਰਟੈਂਟ ਰਿਵਰ ਇਨ ਇੰਡੀਆ। ਗੰਗਾ ਜਿਹੜੀ ਆ ਬਹੁਤ ਜ਼ਿਆਦਾ ਇੰਪੋਰਟੈਂਟ ਨਦੀ ਮੰਨੀ ਜਾਂਦੀ ਹੈ ਭਾਰਤ ਦੇ ਵਿੱਚ। ਐਂਡ ਇਜ਼ ਵਰਸ਼ਿਪਡ ਐਜ਼ ਅ ਫਾਰਮ ਆਫ ਮਦਰ। ਇਸ ਦੀ ਜਿਹੜੀ ਪੂਜਾ ਹੈ ਉਹ ਮਾਂ ਦੇ ਵਜੋਂ ਕੀਤੀ ਜਾਂਦੀ ਹੈ, ਜਿਵੇਂ ਅਸੀਂ ਗੰਗਾ ਮਾਤਾ ਵੀ ਕਹਿ ਦਿੰਦੇ ਆ। ਅ ਲਾਰਜ ਨੰਬਰ ਆਫ ਸੀਵੇਜ ਵਾਟਰ, ਕਹਿੰਦੇ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਸੀਵਰੇਜ ਦਾ ਗੰਦਾ ਪਾਣੀ, ਪੈਸਟੀਸਾਈਡ। ਪੈਸਟੀਸਾਈਡ ਮਤਲਬ ਕਿ ਕੈਮੀਕਲ ਪਦਾਰਥ ਜਿਹੜੇ ਹੁੰਦੇ ਨੇ, ਫੰਗੀਸਾਈਡ ਮਤਲਬ ਕਿ ਕੂੜਾ ਕਬਾੜ, ਆਰ ਰੀਚਿੰਗ ਦਾ ਗੰਗਾ। ਇਹ ਸਾਰਾ ਕੁਝ ਕਿੱਥੇ ਜਾ ਰਿਹਾ? ਗੰਗਾ ਦੇ ਨਦੀ ਦੇ ਵਿੱਚ ਜਾ ਰਿਹਾ। ਟੂ ਪ੍ਰੀਵੈਂਟ ਦਾ ਗੰਗਾ ਮੀਨਸ ਗੰਗਾ ਨੂੰ ਬਚਾਉਣ ਦੇ ਲਈ ਐਕਸ਼ਨ ਪਲਾਨ ਵਾਜ਼ ਸਟਾਰਟਡ ਇਨ ਅਪ੍ਰੈਲ 1986। ਕਹਿੰਦੇ ਇੱਕ ਪਲਾਨ ਜਿਹੜਾ ਬਣਾਇਆ ਗਿਆ ਸੀਗਾ 1986 ਦੇ ਵਿੱਚ। In 2015 the government has taken various steps for cleaning the Ganga।
ਕਹਿੰਦੇ 2015 ਵਿੱਚ ਵੀ ਗਵਰਨਮੈਂਟ ਨੇ ਬਹੁਤ ਜ਼ਿਆਦਾ ਸਟੈਪ ਜਿਹੜੇ ਨੇ ਉਹ ਚੱਕੇ ਸੀਗੇ ਗੰਗਾ ਨੂੰ ਕਲੀਨ ਕਰਨ ਦੇ ਲਈ। ਕੁਐਸਚਨ ਨੰਬਰ ਸੈਕਿੰਡ ਹੈ ਜੀ, what are chores, name any four chores। ਕਹਿੰਦੇ ਚੋਜ਼ ਕੀ ਹੁੰਦੇ ਹਨ, ਕੋਈ 4 ਚੋਜ਼ ਦੇ ਨਾਮ ਦੱਸੋ। ਦੇਖੋ ਜਿਹੜੇ ਤਾਂ ਦੇਖੋ ਪਿੰਡਾਂ ਦੇ ਵਿੱਚ ਰਹਿੰਦੇ ਨੇ ਜ਼ਿਆਦਾਤਰ ਸਟੂਡੈਂਟ ਆਪਣੇ ਪਿੰਡਾਂ ਵਾਲੇ ਦੇ, ਇਹਨਾਂ ਨੂੰ ਪਤਾ ਹੋਏਗਾ ਕਿ ਚੋਜ਼ ਕੀ ਹੁੰਦਾ, ਪਰ ਮੈਂ ਇੱਕ ਵਾਰ ਤੁਹਾਨੂੰ ਇਸ ਦੀ ਪਿਕਚਰ ਵੀ ਦਿਖਾ ਦਿੰਦਾ ਵੀ ਚੋਜ਼ ਐਕਚੁਅਲ ਦੇ ਵਿੱਚ ਹੁੰਦਾ ਕੀ ਆ। ਦੇਖੋ ਇਹ ਮੈਂ ਪਿਕਚਰ ਦਿਖਾ ਰਿਹਾ ਤੁਹਾਨੂੰ, ਇਹ ਇੱਕ ਤਰੀਕੇ ਦਾ ਦੇਖੋ ਜਿਵੇਂ ਪਾਣੀ ਇੱਥੋਂ ਵਹਿੰਦਾ ਆ ਰਿਹਾ, ਇਹ ਪਾਣੀ ਕਿਸ ਤਰ੍ਹਾਂ ਦਾ, ਇਹ ਬਰਸਾਤੀ ਪਾਣੀ ਹੈ, ਆਪਣੇ ਆਪ ਦੇਖੋ ਜਗ੍ਹਾ ਬਣਾਉਂਦਾ ਜਾ ਰਿਹਾ, ਉਹ ਜਗ੍ਹਾ ਬਣਾ ਕੇ ਜਿਸ ਨੂੰ ਇੱਥੇ ਜਿੱਥੇ ਇੱਥੇ ਢਲਾਣ ਮਿਲਦੀ ਹੈ ਉਸ ਸਾਈਡ ਜਿਹੜਾ ਪਾਣੀ ਇਹ ਵਹਿੰਦਾ ਜਾ ਰਿਹਾ, ਇਸ ਨੂੰ ਇਹ ਚੋਜ਼ ਕਹਿੰਦੇ ਨੇ। ਤਾਂ ਆਨਸਰ ਦੇਖਦੇ ਹਾਂ, ਦੇਖੋ ਚੋਜ਼ ਆਰ ਸੀਜ਼ਨਲ ਸਟਰੀਮਸ ਔਰ ਚੈਨਲਸ ਡੈਟ ਰਨ ਥਰੂ ਦਾ ਕੰਟਰੀ ਰੀਜਨ ਆਫ ਪੰਜਾਬ। ਕਹਿੰਦੇ ਜਿਹੜੇ ਚੋਜ਼ ਨੇ ਮੌਸਮ ਦੇ ਹਿਸਾਬ ਨਾਲ ਹੁੰਦੇ ਨੇ, ਮੀਂਹ ਨੇ ਬਰਸਾਤਾਂ ਦੇ ਵਿੱਚ ਹੁੰਦੇ ਨੇ ਜ਼ਿਆਦਾਤਰ, ਡੈਟ ਰਨ ਥਰੂ ਦਾ ਕੰਟਰੀ ਰੀਜਨ ਆਫ ਪੰਜਾਬ। ਕਹਿੰਦੇ ਪੰਜਾਬ ਦੇ ਜਿਹੜੇ ਕੰਢੀ ਖੇਤਰ ਹੁੰਦੇ ਨੇ ਉੱਥੇ ਹੁੰਦੇ ਨੇ ਜ਼ਿਆਦਾ। These shows are full of water during a rainy season। ਕਹਿੰਦੇ ਜਦੋਂ ਮੀਂਹ ਪੈਂਦਾ ਹੈ ਤੇ ਪਾਣੀ ਨਾਲ ਭਰ ਜਾਂਦਾ ਹੈ। ਹੁਸ਼ਿਆਰਪੁਰ is called the land of shows। ਕਹਿੰਦੇ ਹੁਸ਼ਿਆਰਪੁਰ ਨੂੰ ਚੋਜ਼ ਦੀ ਲੈਂਡ ਵੀ ਕਿਹਾ ਜਾਂਦਾ ਹੈ। Most of the shows in Punjab are natural but some shows are also man-made for drainage। ਕਹਿੰਦੇ ਵੀ ਜ਼ਿਆਦਾਤਰ ਜਿਹੜੇ ਚੋਜ਼ ਨੇ ਪੰਜਾਬ ਦੇ ਵਿੱਚ ਉਹ ਨੈਚੁਰਲ ਨੇ, ਨੈਚੁਰਲ ਮੀਨਸ ਕੁਦਰਤੀ ਨੇ, ਵੀ ਮੀਂਹ ਪੈ ਗਿਆ ਤੇ ਆਪਣੇ ਆਪ ਉਹਨੇ ਜਗ੍ਹਾ ਬਣਾ ਲਈ। ਬਟ ਸਮ ਚੋਜ਼ ਆਰ ਆਲਸੋ ਮੈਨ ਮੇਡ, ਪਰ ਕਹਿੰਦੇ ਕੁਝ ਜਿਹੜੇ ਚੋਜ਼ ਨੇ ਉਹ ਮਤਲਬ ਕਿ ਵੀ ਮੈਨ ਮੇਡ ਦੁਆਰਾ ਬਣਾਏ ਹੋਏ ਨੇ, ਵੀ ਬੰਦਿਆਂ ਨੇ ਆਪ ਬਣਾਏ ਹੋਏ ਨੇ। ਡਿਊਰਿੰਗ ਫਲੱਡਸ ਥੀਸ ਚੋਜ਼ ਆਲਸੋ ਕੋਜ਼ ਹੈਵੀ ਹਾਰਮ ਆਫ ਕ੍ਰੌਪਸ। ਕਹਿੰਦੇ ਵੀ ਜਦੋਂ ਕੋਈ ਹੜ੍ਹ ਆ ਜਾਂਦਾ ਹੈ ਤਾਂ ਜਿਹੜੇ ਚੋਜ਼ ਨੇ, ਕਿਉਂਕਿ ਇਹਨਾਂ ਦੇ ਵਿੱਚ ਪਾਣੀ ਲੰਘ ਜਾਂਦਾ ਫਿਰ ਜਲਦੀ, ਤੇ ਫਿਰ ਕੀ ਹੁੰਦਾ, ਹੈਵੀ ਹਾਰਮ ਆਫ ਕ੍ਰੌਪਸ, ਜਿਹੜੀ ਸਾਡੀ ਫਸਲਾਂ ਨੇ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ। 4 ਚੋਜ਼ ਦੇ ਨੇਮ ਕਿਹੜੇ ਨੇ ਜੀ ਆਪਣੇ ਕੋਲ। ਫਸਟ ਹੈ ਜੀ ਆਪਣੇ ਕੋਲ ਬਲਾਚੌਰ ਚੋਜ਼। ਬਲਾਚੌਰ ਇੱਕ ਜਗ੍ਹਾ ਦਾ ਨਾਮ ਹੈ, ਇਹ ਜਗ੍ਹਾ ਦਾ ਨਾਮ ਤਾਂ ਲਿਆ ਗਿਆ ਇੱਥੇ ਕਿਉਂਕਿ ਉਸ ਜਗ੍ਹਾ ਤੇ ਬਹੁਤ ਜ਼ਿਆਦਾ ਇਸ ਤਰੀਕੇ ਦੀ ਜਿਹੜੀ ਖਾਈਆਂ ਜਾਂ ਚੋਜ਼ ਜਿਹੜੇ ਨੇ ਉਹ ਦਿਖਦੇ ਨੇ, ਇਸ ਕਰਕੇ ਉਸ ਦਾ ਨਾਮ ਜਿਹੜਾ ਬਲਾਚੌਰ ਚੋਜ਼ ਰੱਖਿਆ ਗਿਆ। ਇਸੇ ਤਰੀਕੇ ਨਾਲ ਦੇਖੋ ਦਸੂਆ ਚੋਜ਼, ਗੜਸ਼ੰਕਰ ਐਂਡ ਤੋਸਾ ਚੋਜ਼। ਨੈਕਸਟ ਕੁਐਸਚਨ ਹੈ ਜੀ ਆਪਣੇ ਕੋਲ, ਇਨ ਦਾ ਮੈਪ ਆਫ ਪੰਜਾਬ ਸ਼ੋ ਸਤਲੁਜ ਬਿਆਸ ਮਾਲਵਾ। ਕਹਿੰਦੇ ਇਹ ਤੁਸੀਂ ਸਤਲੁਜ ਬਿਆਸ ਤੇ ਮਾਲਵਾ ਜਿਹੜਾ ਤੁਸੀਂ ਸਾਨੂੰ ਸ਼ੋ ਕਰੋ। ਤਾਂ ਇਹ ਦੇਖੋ ਸਟੂਡੈਂਟਸ ਮੈਪ ਹੈ, ਇਸ ਤਰੀਕੇ ਦਾ ਮੈਪ ਤੁਹਾਨੂੰ ਉੱਥੇ ਪ੍ਰੋਵਾਈਡ ਕੀਤਾ ਜਾਊਗਾ ਤੇ ਇਹ ਬਿਆਸ ਤੁਸੀਂ ਇੱਥੇ ਨਦੀ ਇਸ ਤਰੀਕੇ ਨਾਲ ਉੱਥੇ ਬਣਾ ਦੇਣੀ ਹੈ। ਸਤਲੁਜ ਰਿਵਰ ਜੇ ਦੇਖੋ ਇਸ ਤਰੀਕੇ ਲਾਈਨਾਂ ਬਣੀਆਂ ਹੋਣ ਤਾਂ ਤੁਸੀਂ ਉਸਦੇ ਨਾਮ ਲਿਖ ਲੈਣੇ, ਇਹ ਤੁਸੀਂ ਧਿਆਨ ਨਾਲ ਦੇਖ ਲਓ, ਇਹ ਬਿਆਸ ਰਿਵਰ ਹੈ, ਇਹ ਸਤਲੁਜ ਹੈ, ਇਹ ਨੀਚੇ ਮਾਲਵੇ ਦਾ ਇਲਾਕਾ ਹੈ। ਨੈਕਸਟ ਇਕਨੋਮਿਕਸ ਆਈ ਸਾਡੇ ਸਾਹਮਣੇ, ਹਾਊ ਕੇਰਲਾ ਹੈਜ਼ ਰਿਡਿਊਸਡ ਪਾਵਰਟੀ ਇਨ ਦਾ ਸਟੇਟ। ਕੇਰਲਾ ਨੇ ਆਪਣੇ ਰਾਜ ਦੇ ਵਿੱਚ ਗਰੀਬੀ ਨੂੰ ਕਿਵੇਂ ਘਟਾਇਆ। ਤਾਂ ਆਨਸਰ ਹੈ ਜੀ ਇਸਦਾ, ਕੇਰਲਾ ਹੈਜ਼ ਰਿਡਿਊਸਡ ਪਾਵਰਟੀ ਬਾय ਇਨਵੈਸਟਿੰਗ ਔਨ ਹਿਊਮਨ ਰਿਸੋਰਸ ਡਿਵੈਲਪਮੈਂਟ। ਕੇਰਲਾ ਨੇ ਆਪਣੇ ਰਾਜ ਦੇ ਵਿੱਚ ਗਰੀਬੀ ਜਿਹੜੀ ਉਸਨੂੰ ਘਟਾਉਣ ਦੇ ਲਈ ਕੀ ਕੀਤਾ, ਇਨਵੈਸਟ ਕੀਤਾ ਕਿਸ ਦੇ ਉੱਪਰ, ਹਿਊਮਨ ਰਿਸੋਰਸ ਡਿਵੈਲਪਮੈਂਟ, ਯਾਨੀ ਉਸਨੇ ਹਿਊਮਨ ਰਿਸੋਰਸ ਡਿਵੈਲਪਮੈਂਟ ਤੇ ਇਨਵੈਸਟ ਕੀਤਾ, ਪੈਸੇ ਲਗਾਏ। ਫਿਫਥ ਕੁਐਸਚਨ ਹੈ ਸਟੂਡੈਂਟ, ਵਾਟ ਟੂ ਮੀਨ ਬਾय ਪਾਵਰਟੀ, ਐਕਸਪਲੇਨ ਇਟ। ਤੁਸੀਂ ਗਰੀਬੀ ਤੋਂ ਕੀ ਮੀਨਿੰਗ ਲੈਂਦੇ ਹੋ, ਐਕਸਪਲੇਨ ਕਰੋ। Poverty mean living in condition of where a person does not have basic needs। ਕਹਿੰਦੇ ਪਾਵਰਟੀ ਦਾ ਮਤਲਬ ਕੀ ਹੈ ਕਿ ਇੱਕ ਰਹਿਣ ਦੇ ਹਾਲਾਤ ਦੀ ਕੰਡੀਸ਼ਨ ਦੀ ਗੱਲ ਕੀਤੀ ਜਾ ਰਹੀ ਹੈ। where a person ਕਹਿੰਦਾ ਜਿੱਥੇ ਇੱਕ ਪਰਸਨ does not have basic needs, ਜੇ ਉਸ ਪਰਸਨ ਕੋਲ ਬੇਸਿਕ ਨੀਡ ਵੀ ਪੂਰੀਆਂ ਨਹੀਂ ਹੁੰਦੀਆਂ, ਲਾਈਕ ਪ੍ਰੋਪਰ ਫੂਡ, ਉਸਨੂੰ ਖਾਣ ਨੂੰ ਰੋਟੀ ਨਹੀਂ ਮਿਲਦੀ, ਵਾਟਰ ਪਾਣੀ ਨਹੀਂ ਮਿਲਦਾ, ਔਰ ਸ਼ੈਲਟਰ ਤੇ ਰਹਿਣ ਨੂੰ ਘਰ ਨਹੀਂ ਹੈਗਾ। The lack of these basic needs, ਲੈਕ ਕੀ ਹੁੰਦਾ ਹੈ, ਕਮੀ। ਕਹਿੰਦੇ ਇਹਨਾਂ ਬੇਸਿਕ ਨੀਡ ਦੀ ਕਮੀ ਜਿਹੜੀ ਹੈਗੀ ਆ ਲੀਡਸ ਟੂ ਪੂਅਰ ਹੈਲਥ। ਜਦੋਂ ਕਿਸੇ ਬੰਦੇ ਕੋਲ ਬੇਸਿਕ ਨੀਡ ਦੀ ਕਮੀ ਹੋਵੇ ਤਾਂ ਉਹਦੀ ਜਿਹੜੀ ਹੈਲਥ ਹੈ, ਉਹਦੀ ਜਿਹੜੀ ਸਿਹਤ ਹੈ ਉਹ ਵੀ ਖਰਾਬ ਹੋ ਜਾਂਦੀ ਹੈ। ਈਵਨ ਸਮ ਪੀਪਲ ਕੈਨ ਨੋਟ ਗੋ ਟੂ ਦਾ ਡਾਕਟਰ ਡਿਊ ਟੂ ਮਨੀ। ਕਹਿੰਦੇ ਈਵਨ ਕਿ ਕੁਝ ਲੋਕ ਉਹ ਡਾਕਟਰ ਕੋਲ ਵੀ ਨਹੀਂ ਜਾ ਸਕਦੇ ਕਿਉਂਕਿ ਉਹਨਾਂ ਕੋਲ ਇੰਨੇ ਪੈਸੇ ਨਹੀਂ ਕਿ ਉਹ ਆਪਣੀ ਬਿਮਾਰੀ ਦਾ ਇਲਾਜ ਕਰਾ ਸਕਣ। ਸਿਕਸਥ ਕੁਐਸਚਨ ਹੈ ਜੀ, ਹਾਊ ਵਾਜ਼ ਦਾ ਪ੍ਰੋਬਲਮ ਆਫ ਪਾਵਰਟੀ ਕੈਨ ਬੀ ਸੋਲਵਡ। ਕਹਿੰਦੇ ਇਸ ਗਰੀਬੀ ਨੂੰ ਦੂਰ ਕਰਨ ਲਈ ਕੀ ਕੀਤਾ ਜਾ ਸਕਦਾ ਹੈ। ਸੋ ਆਨਸਰ ਦੇ ਵਿੱਚ ਪਹਿਲਾ ਪੁਆਇੰਟ ਹੈ ਜੀ ਆਪਣੇ ਕੋਲ, ਕ੍ਰੀਏਟ ਅ ਜੋਬ। ਕਹਿੰਦੇ ਜੋਬ ਨੂੰ ਕ੍ਰੀਏਟ ਕਰੋ। The best way out of poverty is a well paying job। ਕਹਿੰਦੇ ਵੀ ਜੇ ਤੁਸੀਂ ਗਰੀਬੀ ਨੂੰ ਖਤਮ ਕਰਨਾ ਹੈ ਤਾਂ ਉਸਦਾ ਬੈਸਟ ਵੇ ਕੀ ਹੈ ਕਿ ਤੁਸੀਂ ਨੌਕਰੀਆਂ ਦਿਓ। ਹੈਲਥ ਕੇਅਰ, ਹੈਲਥ ਕੇਅਰ ਕੀ ਹੈ, ਹੈਲਥ ਕੇਅਰ ਇਜ਼ ਐਸੈਂਸ਼ੀਅਲ ਫॉर ਐਨੀ ਪਰਸਨ। ਕਹਿੰਦੇ ਜਿਹੜੀ ਹੈਲਥ ਕੇਅਰ ਹੈ, ਬੰਦੇ ਦੀ ਸਿਹਤ ਦੀ ਜਿਹੜੀ ਕੇਅਰ ਕਰਨੀ, ਪਰਵਾਹ ਕਰਨੀ, ਐਸੈਂਸ਼ੀਅਲ ਮੀਨਸ ਜ਼ਰੂਰੀ, ਇਹ ਬਹੁਤ ਜ਼ਰੂਰੀ ਹੁੰਦਾ ਹੈ। ਗਵਰਨਮੈਂਟ ਸ਼ੁੱਡ ਡੂ ਟੂ ਟ੍ਰੇਡ, ਇੱਥੇ ਸਟੂਡੈਂਟ ਟ੍ਰੇਨਡ ਕਰ ਲਓ। ਕਹਿੰਦੇ ਗਵਰਨਮੈਂਟ ਨੂੰ ਟ੍ਰੇਨਡ ਕਰਨੇ ਚਾਹੀਦੇ ਆ ਹੈਲਥ ਕੇਅਰ ਵਰਕਰ
एंड इन्वेस्ट इन इक्विपमेंट एंड मेडिसिन। तो गवर्नमेंट ਨੂੰ ਇਨਵੈਸਟ ਕਰਨਾ ਚਾਹੀਦਾ ਕਿਸ ਦੇ ਉੱਪਰ? ਇਕਵਿਪਮੈਂਟ ਕੀ ਹੁੰਦੇ ਆ? ਜੋ ਹਸਪੀਟਲ ਦੇ ਵਿੱਚ ਆਪਾਂ ਨੂੰ ਇਲਾਜ ਕਰਨ ਦੇ ਲਈ ਜੋ ਸਮਾਨ ਚਾਹੀਦਾ ਉਹ ਉੱਥੇ ਪੂਰਾ ਹੋਵੇ, ਐਂਡ ਮੈਡੀਸਨ ਤੇ ਦਵਾਈਆਂ ਜਿਹੜੀਆਂ ਹੈਗੀਆਂ ਉਹ ਦਿੱਤੀਆਂ ਜਾਣੀ ਚਾਹੀਦੀਆਂ ਉੱਥੇ ਹਸਪੀਟਲ ਦੇ ਵਿੱਚ ਪ੍ਰੋਵਾਈਡ ਕੀਤੀਆਂ ਜਾਣੀ ਚਾਹੀਦੀਆਂ। ਨੈਕਸਟ ਆਪਣੇ ਕੋਲ ਹਿਸਟਰੀ ਦਾ ਫਸਟ ਕੁਐਸਚਨ ਆ ਗਿਆ ਜੀ। What was directory? ਕਹਿੰਦੇ ਡਾਇਰੈਕਟਰੀ ਕੀ ਹੁੰਦੀ ਹੈ? The council of 5 member, 5 ਮੈਂਬਰ ਦੀ ਕੌਂਸਲ ਨੂੰ ਡਾਇਰੈਕਟਰੀ ਕਿਹਾ ਜਾਂਦਾ ਹੈ। ਕੁਐਸਚਨ ਸੈਕਿੰਡ, ਰਾਈਟ ਅ ਨੋਟ ਔਨ ਦਾ ਬੋਲਸ਼ਵਿਕ। ਕਹਿੰਦੇ ਬੋਲਸ਼ਵਿਕ ਤੇ ਇੱਕ ਨੋਟ ਲਿਖੋ। ਇਸ ਦੇ ਆਨਸਰ ਵਿੱਚ ਦੇਖਦੇ ਹਾਂ ਜੀ, the bolshevik was communist party of Russia। ਕਹਿੰਦੇ ਬੋਲਸ਼ਵਿਕ ਕੀ ਹੈ? ਇੱਕ ਪਾਰਟੀ ਦਾ ਨਾਮ ਹੈ, ਰਸ਼ੀਆ ਦੀ ਪਾਰਟੀ ਹੈ। in 1903 this party was divided into two parts। ਕਹਿੰਦੇ ਇਹ ਜਿਹੜੀ ਪਾਰਟੀ ਹੈ 1903 ਦੇ ਵਿੱਚ ਦੋ ਪਾਰਟ ਦੇ ਵਿੱਚ ਵੰਡੀ ਗਈ, ਬੋਲਸ਼ਵਿਕ ਐਂਡ ਮੈਨਸ਼ਵਿਕ। ਇੱਕ ਬੋਲਸ਼ਵਿਕ ਪਾਰਟ ਬਣ ਗਿਆ ਜੀ ਇਸਦਾ ਤੇ ਇੱਕ ਮੈਨਸ਼ਵਿਕ ਬਣ ਗਿਆ। ਲੈਨਿਨ ਵਾਜ਼ ਅ ਲੀਡਰ ਆਫ ਬੋਲਸ਼ਵਿਕ ਪਾਰਟੀ। ਕਹਿੰਦੇ ਜਿਹੜਾ ਲੈਨਿਨ ਸੀਗਾ ਉਹ ਬੋਲਸ਼ਵਿਕ ਪਾਰਟੀ ਦਾ ਲੀਡਰ ਸੀ। the member of the party wanted to bring change in the society quickly। ਕਹਿੰਦੇ ਜਿਹੜੇ ਸੁਸਾਇਟੀ ਦੇ ਮੈਂਬਰ ਸੀਗੇ, ਇਸ ਪਾਰਟੀ ਦੇ ਮੈਂਬਰ ਸੀ, ਉਹ ਕੀ ਚਾਹੁੰਦੇ ਸੀਗੇ? ਉਹ ਵਾਂਟਿਡ, ਉਹ ਚਾਹੁੰਦੇ ਸੀ ਬ੍ਰਿੰਗ ਚੇਂਜ, ਉਹ ਚੇਂਜ ਲਿਆਉਣਾ ਚਾਹੁੰਦੇ ਸੀਗੇ ਇਨ ਦਾ ਸੁਸਾਇਟੀ, ਸਮਾਜ ਦੇ ਵਿੱਚ, ਕੁਇਕਲੀ, ਬਹੁਤ ਜਲਦੀ ਚੇਂਜ ਲਿਆਉਣਾ ਚਾਹੁੰਦੇ ਸੀ। ਦੇ ਵਰ ਇਨ ਆਲਸੋ ਫੇਵਰ ਆਫ ਇੰਡਸਟਰੀਅਲ ਲੇਬਰਸ। ਕਹਿੰਦੇ ਉਹ ਫੇਵਰ ਚ ਸੀਗੇ, ਕਿਸ ਦੀ ਫੇਵਰ ਸੀਗੇ ਜੀ? ਇੰਡਸਟਰੀਅਲ ਲੇਬਰ, ਜਿਹੜੇ ਮਜ਼ਦੂਰ ਸੀਗੇ ਫੈਕਟਰੀਆਂ ਚ ਕੰਮ ਕਰਨ ਵਾਲੇ, ਉਹਨਾਂ ਦੇ ਫੇਵਰ ਦੇ ਵਿੱਚ ਸੀ। ਕੁਐਸਚਨ ਨੰਬਰ 3 ਹੈ ਜੀ, ਸੋਰਸ ਬੇਸਡ ਕੁਐਸਚਨ ਹੈ ਜੀ ਇਹ, ਜਿਸ ਦੇ ਵਿੱਚ ਤੁਹਾਨੂੰ ਇੱਕ ਪੈਰਾਗ੍ਰਾਫ ਦਿੱਤਾ ਗਿਆ, ਦੇਖੋ ਪੈਰਾ ਦਿੱਤਾ ਹੋਇਆ, ਇਸ ਦੇ ਵਿੱਚੋਂ ਹੀ ਤੁਹਾਨੂੰ ਕੁਐਸਚਨ ਆਉਣਗੇ। ਇਹ ਪੈਰਾ ਤੁਸੀਂ ਰੀਡ ਕਰ ਲਿਓ। ਦੇਖੋ, ਸੋਸ਼ਲਿਜ਼ਮ ਇਜ਼ ਐਨ ਆਈਡੀਓਲੋਜੀ ਇਨ ਵਿਚ ਗਵਰਨਮੈਂਟ ਓਨਸ ਦਾ ਮੀਨ ਆਫ ਪ੍ਰੋਡਕਸ਼ਨ ਐਂਡ ਡਿਸਟ੍ਰੀਬਿਊਸ਼ਨ। ਆਈਡੀਆਜ਼ ਰਿਲੇਟਡ ਟੂ ਸੋਸ਼ਲਿਜ਼ਮ ਵਰ ਇੰਟਰੋਡਿਊਸਡ ਬਾय ਕਾਰਲ ਮਾਰਕਸ। ਕਹਿੰਦੇ ਜਿਹੜੇ ਸੋਸ਼ਲਿਜ਼ਮ ਦਾ ਆਈਡੀਆ ਸੀਗਾ ਉਹ ਕਿਸਨੇ ਇੰਟਰੋਡਿਊਸ ਕੀਤਾ? ਕਾਰਲ ਮਾਰਕਸ ਨੇ। ਹੀ ਰੋਟ ਦਾ ਵਰਲਡ ਫੇਮਸ ਬੁੱਕ। ਉਸਨੇ ਇੱਕ ਬੁੱਕ ਵੀ ਲਿਖੀ ਜੋ ਸੰਸਾਰ ਦੇ ਵਿੱਚ ਬਹੁਤ ਜ਼ਿਆਦਾ ਪ੍ਰਸਿੱਧ ਹੋਈ, ਦਾਸ ਕੈਪੀਟਲ। ਦਾਸ ਕੈਪੀਟਲ ਉਸਦਾ ਨਾਮ ਸੀਗਾ। ਹਿਸ ਆਈਡੀਓਲੋਜੀ ਪਲੇਡ ਐਨ ਇੰਪੋਰਟੈਂਟ ਰੋਲ। ਕਹਿੰਦੇ ਜਿਹੜੀ ਉਹਦੀ ਵਿਚਾਰਧਾਰਾ ਸੀਗੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਰੱਖਦੀ ਹੈ ਇਨ ਬ੍ਰਿੰਗਿੰਗ ਦਾ ਰਸ਼ੀਅਨ ਰੈਵੋਲੂਸ਼ਨ। ਰਸ਼ੀਅਨ ਕ੍ਰਾਂਤੀ ਜਦੋਂ ਹੋਈ, ਰੂਸ ਦੀ ਕ੍ਰਾਂਤੀ ਹੋਈ, ਉਸ ਨੂੰ ਲਿਆਉਣ ਦੇ ਵਿੱਚ ਇਸ ਦੀ ਜਿਹੜੀ ਵਿਚਾਰਧਾਰਾ ਬਹੁਤ ਵੱਡਾ ਰੋਲ ਰੱਖਦੀ ਹੈ। ਇਹਦੇ ਵਿੱਚੋਂ ਕੁਐਸਚਨ ਨੰਬਰ ਪਹਿਲਾ ਜੀ ਆਪਣੇ ਕੋਲ, ਹੂ ਵਾਜ਼ ਕਾਰਲ ਮਾਰਕਸ। ਕਾਰਲ ਮਾਰਕਸ ਕੌਣ ਸੀ? ਤਾਂ ਕਾਰਲ ਮਾਰਕਸ ਵਾਜ਼ ਅ ਜਰਮਨ ਫਿਲਾਸਫਰ। ਕਾਰਲ ਮਾਰਕਸ ਜਿਹੜਾ ਜਰਮਨ ਫਿਲਾਸਫਰ ਸੀਗਾ, ਐਂਡ ਕਮਿਊਨਿਸਟ ਹੂ ਇੰਟਰੋਡਿਊਸ ਦਾ ਕਨਸੈਪਟ ਆਫ ਸੋਸ਼ਲਿਜ਼ਮ, ਜਿਸ ਨੇ ਸੋਸ਼ਲਿਜ਼ਮ ਦੇ ਕਨਸੈਪਟ ਨੂੰ ਇੰਟਰੋਡਿਊਸ ਕੀਤਾ, ਸਾਡੇ ਸਾਹਮਣੇ ਲੈ ਕੇ ਆਉਂਦਾ। ਕੁਐਸਚਨ ਨੰਬਰ B ਹੈ ਜੀ ਆਪਣੇ ਕੋਲ, ਵਿਚ ਰੈਵੋਲੂਸ਼ਨ ਟੁਕ ਪਲੇਸ ਡਿਊ ਟੂ ਸੋਸ਼ਲਿਸਟ ਥਿੰਕਿੰਗ। ਕਹਿੰਦੇ ਕਿਹੜੀ ਜਿਹੜੀ ਕ੍ਰਾਂਤੀ ਹੈ ਉਹ ਸਮਾਜਵਾਦੀ ਵਿਚਾਰਧਾਰਾ ਨਾਲ ਆਈ? ਉਹ ਹੈ ਜੀ ਆਪਣੇ ਕੋਲ ਰਸ਼ੀਅਨ ਰੈਵੋਲੂਸ਼ਨ, ਰੂਸੀ ਕ੍ਰਾਂਤੀ। ਨੇਮ ਦਾ ਫੇਮਸ ਬੁੱਕ ਰਿਟਨ ਬਾय ਕਾਰਲ ਮਾਰਕਸ। ਕਾਰਲ ਮਾਰਕਸ ਦੁਆਰਾ ਲਿਖੀ ਫੇਮਸ ਬੁੱਕ ਦਾ ਨਾਮ ਦੱਸੋ। ਇਸ ਦਾ ਆਨਸਰ ਹੈ ਜੀ ਆਪਣੇ ਕੋਲ ਦਾਸ ਕੈਪੀਟਲ। ਨੈਕਸਟ ਆਪਣੇ ਕੋਲ ਪਾਰਟ ਸਟਾਰਟ ਹੋ ਜਾਂਦਾ ਹੈ ਸਿਵਿਕਸ ਦਾ, ਜਿਸ ਦੇ ਵਿੱਚ ਫਸਟ ਕੁਐਸਚਨ ਹੈ, who appoint the judges of the supreme court। ਕਹਿੰਦੇ ਸੁਪਰੀਮ ਕੋਰਟ ਦੇ ਜੱਜਾਂ ਨੂੰ ਕੌਣ ਅਪਾਇੰਟ ਕਰਦਾ ਹੈ, ਕੌਣ ਉਹਨਾਂ ਦਾ ਨਿਯੁਕਤੀ ਕਰਦਾ ਹੈ? ਦਾ ਪ੍ਰੈਜ਼ੀਡੈਂਟ। ਕਹਿੰਦੇ ਨਿਯੁਕਤੀ ਕੌਣ ਕਰਦਾ ਹੈ? ਪ੍ਰੈਜ਼ੀਡੈਂਟ ਮੀਨਸ ਰਾਸ਼ਟਰਪਤੀ। ਨੈਕਸਟ ਕੁਐਸਚਨ ਹੈ ਜੀ ਆਪਣੇ ਕੋਲ ਸੈਕੰਡ ਕੁਐਸਚਨ ਹੈ, ਹਾਊ ਇਜ਼ ਦਾ ਪ੍ਰਾਈਮ ਮਿਨਿਸਟਰ ਇਲੈਕਟਿਡ। ਕਿ ਪ੍ਰਾਈਮ ਮਿਨਿਸਟਰ ਦੀ ਚੋਣ ਕਿਵੇਂ ਕੀਤੀ ਜਾਂਦੀ ਹੈ? ਤਾਂ ਆਨਸਰ ਹੈ ਜੀ ਆਪਣੇ ਕੋਲ, ਦਾ ਪ੍ਰਾਈਮ ਮਿਨਿਸਟਰ ਇਜ਼ ਅਪਾਇੰਟਡ ਬਾय ਦਾ ਪ੍ਰੈਜ਼ੀਡੈਂਟ ਆਫ ਇੰਡੀਆ। ਕਹਿੰਦੇ ਜਿਹੜਾ ਪ੍ਰਾਈਮ ਮਿਨਿਸਟਰ ਹੈ ਅਪਾਇੰਟ ਕੀਤਾ ਜਾਂਦਾ ਹੈ ਇੰਡੀਆ ਦੇ ਪ੍ਰੈਜ਼ੀਡੈਂਟ ਦੁਆਰਾ, ਮਤਲਬ ਕਿ ਇੰਡੀਆ ਦੇ ਰਾਸ਼ਟਰਪਤੀ ਦੁਆਰਾ ਉਸਨੂੰ ਇਲੈਕਟ ਕੀਤਾ ਜਾਂਦਾ ਹੈ। ਆਫ ਦਾ ਮੈਜੋਰਟੀ ਇਨ ਦਾ ਪਾਰਲੀਮੈਂਟ। ਪਾਰਲੀਮੈਂਟ ਦੇ ਵਿੱਚ ਆਪਣੇ ਜਿਹੜੇ ਮੈਂਬਰ ਹੁੰਦੇ ਨੇ ਉਹਨਾਂ ਦੀ ਜਿਸ ਪਰਸਨ ਵੱਲ ਮੈਜੋਰਟੀ ਜ਼ਿਆਦਾ ਹੋ ਜਾਂਦੀ ਹੈ, ਮਤਲਬ ਕਿ ਜਿਸ ਪਰਸਨ ਨੂੰ ਜ਼ਿਆਦਾ ਵੋਟਾਂ ਦਿੰਦੇ ਨੇ ਤਾਂ ਉਸੇ ਨੂੰ ਹੀ ਪ੍ਰਾਈਮ ਮਿਨਿਸਟਰ ਚੁਣਿਆ ਜਾਂਦਾ ਹੈ। ਬੀਇੰਗ ਅ ਲੀਡਰ ਆਫ ਮੈਜੋਰਟੀ ਦਾ ਪੀਐਮ ਇਜ਼ ਦਾ ਲੀਡਰ ਆਫ ਦਾ ਲੋਕ ਸਭਾ। ਕਹਿੰਦੇ ਜਦੋਂ ਮੈਜੋਰਟੀ ਉਸ ਨੂੰ ਮਿਲ ਜਾਂਦੀ ਹੈ ਤਾਂ ਉਹ ਕੀ ਬਣ ਜਾਂਦਾ ਹੈ? ਪੀਐਮ ਬਣ ਜਾਂਦਾ ਹੈ, ਪ੍ਰਾਈਮ ਮਿਨਿਸਟਰ ਬਣ ਜਾਂਦਾ ਹੈ ਲੋਕ ਸਭਾ ਦਾ। ਥਰਡ ਕੁਐਸਚਨ ਆਈ ਆਪਣੇ ਸਾਹਮਣੇ, ਵਾਟ ਇਜ਼ ਦਾ ਮੀਨ ਬਾय ਇਲੈਕਸ਼ਨ ਕੈਂਪੇਨ। ਇਲੈਕਸ਼ਨ ਕੈਂਪੇਨ ਕੀ ਹੁੰਦਾ ਹੈ? ਕਿ ਚੋਣ ਪ੍ਰਚਾਰ। ਚੋਣ ਪ੍ਰਚਾਰ ਦਾ ਮਤਲਬ ਕੀ ਹੁੰਦਾ ਹੈ? ਆਨਸਰ ਹੈ ਜੀ ਆਪਣੇ ਕੋਲ, ਇਨ ਇੰਡੀਆ ਇਲੈਕਸ਼ਨ ਕੈਂਪੇਨ ਟੇਕ ਪਲੇਸ ਫॉर ਅ 2 ਵੀਕ ਪੀਰੀਅਡ ਬਿਟਵੀਨ। ਕਹਿੰਦੇ ਇਨ ਇੰਡੀਆ ਦੇ ਵਿੱਚ ਇਲੈਕਸ਼ਨ ਕੈਂਪੇਨ ਜਿਹੜਾ ਟੇਕ ਪਲੇਸ ਫॉर ਅ 2 ਵੀਕਸ, 2 ਹਫ਼ਤਿਆਂ ਲਈ ਕੀਤਾ ਜਾਂਦਾ ਹੈ, ਪੀਰੀਅਡ ਬਿਟਵੀਨ ਦਾ ਅਨਾਉਂਸਮੈਂਟ ਆਫ ਦਾ ਫਾਈਨਲ ਲਿਸਟ ਆਫ ਕੈਂਡੀਡੇਟ। ਡਿਊਰਿੰਗ ਦਿਸ ਪੀਰੀਅਡ ਦਾ ਕੈਂਡੀਡੇਟ ਕੰਟੈਕਟ देयर ਵੋਟਰ। ਕਹਿੰਦੇ ਇਸ ਸਮੇਂ ਦੌਰਾਨ ਕੈਂਡੀਡੇਟ ਜਿਹੜੇ ਨੇ ਉਹ ਕੰਟੈਕਟ ਕਰ ਸਕਦੇ ਨੇ देयर ਵੋਟਰਸ ਐਂਡ ਸਪੋਰਟਰ,
ਆਪਣੇ ਵੋਟਰਾਂ ਨੂੰ ਤੇ ਸਪੋਰਟਰਾਂ ਨੂੰ। ਤੁਸੀਂ ਸਾਰੇ ਜਾਣਦੇ ਹੋ ਸਟੂਡੈਂਟ ਕਿ ਜਿਹੜੇ ਜਦੋਂ ਆਪਣੀ ਇਲੈਕਸ਼ਨ ਹੁੰਦੀਆਂ, ਵੋਟਾਂ ਹੁੰਦੀਆਂ, ਤਾਂ ਜਿਹੜੇ ਚੋਣਾਂ ਦੇ ਵਿੱਚ ਖੜੇ ਹੁੰਦੇ ਨੇ ਉਹ ਸਾਡੇ ਘਰ ਆ ਕੇ ਸਾਡੇ ਕੋਲ ਵੋਟਾਂ ਮੰਗਦੇ ਨੇ, ਸਾਨੂੰ ਆਪਣੀਆਂ ਐਕਟੀਵਿਟੀਆਂ ਦੱਸ ਕੇ ਜਾਂਦੇ ਨੇ। ਦਾ ਪਬਲਿਸਿਟੀ ਇਜ਼ ਆਲਸੋ ਡਨ ਥਰੂ ਨਿਊਜ਼ਪੇਪਰ। ਉਹ ਜਿਹੜੀ ਆਪਣੀ ਪਬਲਿਸਿਟੀ ਹੈ ਉਹ ਨਿਊਜ਼ਪੇਪਰ ਦੇ ਵਿੱਚ ਵੀ ਕਰਦੇ ਨੇ, ਟੈਲੀਵਿਜ਼ਨ ਦੇ ਵਿੱਚ ਵੀ ਕਰਦੇ ਨੇ, ਐਂਡ ਸੋਸ਼ਲ ਮੀਡੀਆ ਮੀਨਸ YouTube ਹੋ ਗਿਆ, ਵੈਬਸਾਈਟਸ ਹੋ ਗਏ, ਇਸ ਤਰੀਕੇ ਨਾਲ ਉਹ ਆਪਣੀ ਪਬਲਿਸਿਟੀ ਕਰਦੇ ਨੇ। ਇਲੈਕਸ਼ਨ ਕੈਂਪੇਨ ਐਂਡਸ 48 ਆਵਰਸ ਬਿਫੋਰ ਪੋਲਿੰਗ ਡੇ। ਕਹਿੰਦੇ ਜਦੋਂ ਜਿਸ ਦਿਨ ਵੋਟਾਂ ਪੈਣੀਆਂ ਹੁੰਦੀਆਂ ਉਸ ਤੋਂ 48 ਘੰਟੇ ਪਹਿਲਾਂ ਮੀਨਸ 2 ਦਿਨ ਪਹਿਲਾਂ ਜਿਹੜਾ ਚੋਣ ਪ੍ਰਚਾਰ ਬੰਦ ਕਰ ਦਿੱਤਾ ਜਾਂਦਾ। ਇਹ ਸੀ ਜੀ ਸਾਡਾ SST ਦਾ ਸੈਂਪਲ ਪੇਪਰ। ਜੇ ਤੁਹਾਨੂੰ ਮੇਰਾ ਪੜ੍ਹਾਉਣ ਦਾ ਤਰੀਕਾ, ਮੇਰੇ ਸਮਝਾਉਣ ਦਾ ਤਰੀਕਾ, ਮੇਰੀ ਇਹ ਵੀਡੀਓ ਜਿਹੜੀ ਤੁਹਾਨੂੰ ਵਧੀਆ ਲੱਗੀ ਤਾਂ ਤੁਸੀਂ ਮੇਰੇ ਇਸ ਵੀਡੀਓ ਨੂੰ ਜਰੂਰ ਲਾਈਕ ਕਰੋ, ਮੈਨੂੰ ਕਮੈਂਟ ਕਰੋ। ਤੁਸੀਂ ਕਮੈਂਟ ਦੇ ਵਿੱਚ ਮੈਨੂੰ ਕੋਈ ਵੀ ਕੁਐਸਚਨ ਪੁੱਛ ਸਕਦੇ ਹੋ, ਆਪਣਾ ਕੋਈ ਡਾਊਟ ਹੋਵੇ ਤੁਹਾਡਾ ਤੁਸੀਂ ਮੇਰੇ ਨਾਲ ਕਲੀਅਰ ਕਰ ਸਕਦੇ ਹੋ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ 9th ਦੀ 10th ਦੀ ਹਰ ਇੱਕ ਚੈਪਟਰ ਦੇ ਇੰਪੋਰਟੈਂਟ ਕੁਐਸਚਨ ਜੋ ਤੁਹਾਡੇ ਐਗਜ਼ਾਮ ਦੇ ਵਿੱਚ 99% ਆਣਗੇ ਉਸ ਦੀਆਂ ਵੀਡੀਓਜ਼ ਅਸੀਂ ਅਪਲੋਡ ਕਰਾਂਗੇ। ਸੋ ਇਸੇ ਤਰੀਕੇ ਨਾਲ ਆਪਣਾ ਪਿਆਰ ਦਿੰਦੇ ਰਹੋ, ਇਸੇ ਤਰੀਕੇ ਨਾਲ ਜੁੜੇ ਰਹੋ। ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਐਂਡ ਸ਼ੇਅਰ ਕਰੋ ਤਾਂ ਜੋ ਮੇਰੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਥੈਂਕ ਯੂ ਵੈਰੀ ਮਚ।